ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰੱਖੜੀ ਨਾਮ ਦੀ ਕੁਰੀਤੀ ਆ ਰਹੀ ਹੈ ਤੇ ਬਹੁਤਾਂਤ ਵਿੱਚ ਇਹ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਲਗਭਗ ਫੈਲੀ ਹੋਈ ਹੈ। ਕੁਝ ਕੁ ਸੂਝਵਾਨ ਗੁਰਮੁਖ ਪਿਆਰੇ ਹੈਗੇ ਆ ਜੋ ਗੁਰਬਾਣੀ ਦੀ ਸਮਝ ਰੱਖਣ ਵਾਲੇ ਨੇ, ਰਹਿਤ ਮਰਿਆਦਾ ਦੀ, ਇਤਿਹਾਸ ਦੀ ਸੋਝੀ ਰੱਖਦੇ ਨੇ ਤੇ ਉਹ ਇਸ ਕੁਰੀਤੀ ਤੋਂ ਪੂਰਨ ਰੂਪ ਦੇ ਵਿੱਚ ਸੁਚੇਤ ਰਹਿੰਦੇ ਨੇ। ਐਵੇਂ ਵੇਖਾ ਵੇਖੀ ਭੇਡ ਚਾਲ ਨਹੀਂ ਅਪਣਾਉਂਦੇ, ਪਰ ਕੁਝ ਕੁ ਅਗਿਆਨਤਾ ਵਸ ਇਹੋ ਜਿਹੇ ਪਖੰਡਵਾਦ ਨੂੰ ਕਰਦੇ ਨੇ ਤੇ ਹਰ ਸਾਲ ਇੰਤਜ਼ਾਰ ਕਰਦੇ ਨੇ ਕਿ ਕਦੋਂ ਇਹ ਦਿਨ ਆਵੇ ਤੇ ਅਸੀਂ ਇਸ ਪਖੰਡ ਨੂੰ ਕਰਨਾ ਕਰੀਏ। ਸੋ ਗੁਰੂ ਪਿਆਰਿਓ, ਜਿਸ ਕਰਮਕਾਂਡ, ਜਿਸ ਪਖੰਡਵਾਦ ਤੇ ਬ੍ਰਾਹਮਣਵਾਦ ਦੀਆਂ ਦਲਦਲ ਦੇ ਵਿੱਚੋਂ, ਕੁਰੀਤੀਆਂ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕਰਕੇ ਤੇ ਸਖਤ ਘਾਲ ਨਾਲ ਘਾਲ ਕਰਕੇ ਸਾਨੂੰ ਬਾਹਰ ਕੱਢਿਆ ਸੀ, ਅੱਜ ਅਸੀਂ ਮੁੜ ਉਸੇ ਦਲਦਲ ਦੇ ਵਿੱਚ ਹੀ ਧੱਸਦੇ ਜਾ ਰਹੇ ਹਾਂ। ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਸਿੱਖ ਧਰਮ ਦੇ ਨਾਲ ਇਸ ਰੱਖੜੀ ਦਾ ਕੋਈ ਸਬੰਧ ਨਹੀਂ ਹੈਗਾ। ਗੁਰਬਾਣੀ ਦੇ ਵਿੱਚ ਪੜ੍ਹ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਦਸਮ ਗ੍ਰੰਥ ਜੀ ਦੀ ਬਾਣੀ ਹੈ। ਇੰਨਾ ਵੱਡਾ ਸਾਡਾ ਇਤਿਹਾਸ ਹੈ ਗੁਰੂ ਸਾਹਿਬਾਨਾਂ ਦਾ, ਗੁਰਸਿੱਖਾਂ ਦਾ, ਮਰਜੀਵੜਿਆਂ ਦਾ, ਸ਼ਹੀਦਾਂ ਦਾ। ਫਿਰ ਰਹਿਤ ਮਰਿਆਦਾ ਸਾਡੇ ਕੋਲ ਇਤਨੀ ਵੱਡੀ, ਕਿਤੇ ਵੀ ਇਸ ਰੱਖੜੀ ਦਾ ਜ਼ਿਕਰ ਨਹੀਂ ਮਿਲਦਾ। ਇਹ ਰੱਖੜੀ ਸਾਡੀ ਹੀ ਬਣਾਈ ਹੋਈ ਹੈ, ਇਹ ਸਾਡੇ ਬਣਾਏ ਹੋਏ ਪਖੰਡ ਨੇ ਤੇ ਕਰਮਕਾਂਡ ਨੇ। ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਦਾ, ਕੋਈ ਇਤਿਹਾਸਿਕ ਪੱਖ ਨਹੀਂ ਹੈਗਾ। ਜੇਕਰ ਅਸੀਂ ਇਸ ਗੱਲ ਦੀ ਵਿਚਾਰ ਵੀ ਥੋੜੇ ਕੁ ਸ਼ਬਦਾਂ ਦੇ ਵਿੱਚ ਕਰ ਲਈਏ ਕਿ ਇੱਕ ਭੈਣ ਆਪਣੇ ਭਰਾ ਦੇ ਇਹ ਧਾਗਾ, ਰੱਖੜੀ ਜਿਹੜੀ ਹੈ ਤਾਂ ਇੱਕ ਧਾਗਾ ਹੀ ਹੈ, ਉਹਨੂੰ ਸ਼ਿੰਗਾਰਿਆ ਹੋਇਆ ਅਨੇਕ ਢੰਗਾਂ ਦੇ ਨਾਲ ਤੇ ਰੱਖੜੀ ਕਹਿ ਦਿੱਤਾ ਕਿ ਭੈਣ, ਆਮ ਲੋਕ ਕਹਿੰਦੇ ਨੇ ਕਿ ਇਹ ਜੀ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਤੇ ਭੈਣ ਜਿਹੜੀ ਹੈ ਉਹ ਆਪਣਾ ਵਚਨ ਲੈਂਦੀ ਭਰਾ ਦੇ ਕੋਲੋਂ ਕਿ ਮੁਸ਼ਕਿਲ ਦੀ ਘੜੀ 'ਚ ਤੂੰ ਮੇਰਾ ਸਾਥ ਦੇਵੀਂ, ਜੇ ਮੇਰੀ ਰੱਖਿਆ ਕਰੀ, ਮੇਰੇ ਤੇ ਜੇ ਮੁਸੀਬਤ ਬਣ ਗਈ ਤੇ। ਪਰ ਸਤਿਗੁਰੂ ਜੀ ਦੇ ਪਾਸੋਂ ਪੁੱਛੋ, ਗੁਰੂ ਸਾਹਿਬ ਦੇ ਵਚਨ ਕਰਦੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਇੱਕ ਪਾਸੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਬਹੁਤ ਸੰਗਤ ਹੈ ਜੋ ਬਾਣੀ ਦਾ ਬਹੁਤ ਜ਼ਿਆਦਾ ਅਭਿਆਸ ਕਰਦੀ ਹੈ। ਚੰਗੀ ਗੱਲ ਹੈ, ਸਾਨੂੰ ਵੱਧ ਤੋਂ ਵੱਧ ਬਾਣੀ ਦਾ ਅਭਿਆਸ ਕਰਨਾ ਚਾਹੀਦਾ ਆ, ਪਰ ਉਸ ਤੋਂ ਵੀ ਵੱਧ ਕੇ ਜ਼ਰੂਰੀ ਹੈ ਕਿ ਅਸੀਂ ਉਹ 'ਤੇ ਅਮਲ ਵੀ ਕਰੀਏ ਕਿ ਜੋ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਆ। ਇੱਕ ਪੜ੍ਹਨ ਮਾਤਰ ਹੀ ਸੀਮਤ ਨਾ ਰਹੀਏ। ਪੜ੍ਹਨ ਦੇ ਨਾਲ ਨਾਲ ਸਤਿਗੁਰਾਂ ਦੀ ਖੁਸ਼ੀ ਸਾਡੇ ਤੇ ਉਸ ਦਿਨ ਜ਼ਿਆਦਾ ਹੋਵੇਗੀ ਜਿੱਦਣ ਕਿ ਅਸੀਂ ਬਾਣੀ ਦੇ ਸਿਧਾਂਤਾਂ ਉੱਤੇ ਪਹਿਰਾ ਦੇਣਾ ਸ਼ੁਰੂ ਕਰ ਦਿਆਂਗੇ। ਇਸ ਕਰਕੇ ਜਦੋਂ ਵੀ ਬਾਣੀ ਪੜ੍ਹੀਏ ਤੇ ਉਹਨੂੰ ਵਿਚਾਰ ਕੇ ਪੜ੍ਹੀਏ, ਸਤਿਗੁਰੂ ਜੀ ਕਹਿ ਕੀ ਰਹੇ ਆ। ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਭਾਵੇਂ ਬੀਬੀ ਭਾਵੇਂ ਪੁਰਸ਼, ਦੋਵਾਂ ਨੂੰ ਹੁਕਮ ਕੀਤਾ ਹੈ ਮਹਾਰਾਜ ਜੀ ਨੇ ਕਿ ਮਨੁੱਖ ਦੀ ਟੇਕ ਭਾਵ ਆਸਰਾ ਇਹ ਬਿਰਥ ਕਰਕੇ ਜਾਣ। ਇਹ ਨਾ ਸਮਝੀ ਕਿ ਮੁਸ਼ਕਲ ਦੀ ਘੜੀ 'ਚ ਕੋਈ ਬੰਦਾ ਤੇਰੀ ਰੱਖਿਆ ਕਰ ਸਕਦਾ ਹੈ ਜਾਂ ਸਹਾਇਤਾ ਕਰ ਸਕਦਾ ਹੈ। ਗੁਰਸਿੱਖ ਨੇ ਤੇ ਕੇਵਲ ਟੇਕ ਆਪਣੀ ਜਿਹੜੀ ਹੈ ਉਹ ਆਪਣੇ ਸੱਚੇ ਗੁਰੂ ਦੇ ਉੱਤੇ ਟਿਕਾਉਣੀ ਹੈ। ਸਤਿਗੁਰ ਪੁਰਖ ਨੂੰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਗੁਰਮੁਖਾਂ ਲਈ ਇਹ ਕਾਰ ਨਹੀਂ ਮਨੁੱਖਾਂ ਦੇ ਆਸਰੇ ਤੱਕਦੇ ਫਿਰਨਾ, ਮਨੁੱਖਾਂ ਦੇ ਕੋਲੋਂ ਰੱਖਿਆ ਦੇ ਵਚਨ ਲੈਂਦੇ ਫਿਰਨਾ। ਇਹ ਗੁਰਮੁਖਾਂ ਦੀ ਕਾਰ ਨਹੀਂ, ਇਹ ਮਨਮੁੱਖਾਂ ਦੀ ਕਾਰ ਹੈ। ਮਨਮੁੱਖ ਹੀ ਬੰਦੇ ਦਾ ਬੰਦਾ ਬਣਦਾ ਆ। ਇੱਕ ਅਕਾਲ ਪੁਰਖ ਨੂੰ ਛੱਡ ਕੇ, ਸਤਿਗੁਰੂ ਨੂੰ ਛੱਡ ਕੇ ਮਨੁੱਖਾਂ ਦੀਆਂ ਟੇਕਾਂ ਲੈਂਦਾ ਫਿਰਦਾ ਹੈ, ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ। ਤੇ ਦੂਸਰਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਤਮ ਨਿਰਭਰ ਬਣਾਇਆ ਆ, ਬਰਾਬਰ ਦੇ ਹੱਕ ਦਿੱਤੇ ਹੋਏ ਨੇ ਭੈਣ ਨੂੰ ਵੀ। ਕਿਤੇ ਵਖਰੇਵਾਂ ਤਾਂ ਨਹੀਂ ਕੀਤਾ ਇਕੱਲਾ ਭਰਾ ਜਿਹੜਾ ਉਹ ਸ਼ਸਤਰਧਾਰੀ ਹੋ ਕੇ ਰਹੇ ਤੇ ਬੀਬੀ ਜਿਹੜੀ ਗੁਲਾਮ ਬਣ ਜੇ ਉਹਦੀ। ਇਹ ਤੇ ਕਿਤੇ ਨਹੀਂ ਗੁਰੂ ਸਾਹਿਬ ਜੀ ਨੇ ਕਿਹਾ ਸਾਨੂੰ। ਇਹ ਵਾਲੀਆਂ ਰੀਤੀਆਂ ਕਰਦੇ ਸੀ ਤਾਂ ਚੰਗੇ ਲੱਗਦੇ ਸੀ ਜੇਕਰ ਸਤਿਗੁਰੂ ਜੀ ਨੇ ਸਾਨੂੰ ਸ਼ਸਤਰ ਨਾ ਫੜਾਏ ਹੁੰਦੇ। ਪਰ ਸਤਿਗੁਰੂ ਜੀ ਨੇ ਤਾਂ ਸਾਨੂੰ ਬਰਾਬਰ ਦੇ ਹੱਕ ਦਿੱਤੇ ਹੋਏ ਆ ਤੇ ਅਸੀਂ ਅੱਜ ਉਸ ਮਰਿਆਦਾ ਨੂੰ, ਸਿਧਾਂਤਾਂ ਨੂੰ ਨਾ ਅਪਣਾਈਏ। ਉਹ 'ਚ ਕਮੀ ਕਿਹਦੀ ਹੈ? ਸਾਡੀ ਆਪਣੀ ਹੈ, ਗੁਰੂ ਸਾਹਿਬ ਜੀ ਦੀ ਨਹੀਂ। ਸਤਿਗੁਰੂ ਜੀ ਨੇ ਤਾਂ ਸਾਨੂੰ ਕਿਤੇ ਵੀ ਬੀਬੀ ਨੂੰ ਤੇ ਪੁਰਸ਼ ਦੇ ਸਿੰਘ ਦੇ ਨਾਲੋਂ ਸਿੰਘਣੀ ਨੂੰ ਕਿਤੇ ਵੀ ਕਿਸੇ ਪੱਖ ਤੋਂ ਕਮੀ ਨਹੀਂ ਰਹਿਣ ਦਿੱਤੀ। ਇਹ ਕਮਜ਼ੋਰੀਆਂ ਸਾਡੀਆਂ ਨੇ, ਗੁਰੂ ਸਾਹਿਬ ਜੀ ਦੀਆਂ ਨਹੀਂ। ਤੇ ਦੂਸਰੀ ਗੱਲ ਇਹ ਹੈ
ਕਿ ਕਈ ਅਗਿਆਨਤਾ ਵਸ ਇਹ ਸਵਾਲ ਕਰ ਜਾਂਦੇ ਨੇ ਕਿ ਵੇਖੋ ਜੀ, ਗੁਰੂ ਨਾਨਕ ਸਾਹਿਬ ਜੀ ਨੇ ਰੱਖੜੀ ਬੰਨੀ ਸੀ, ਤੁਸੀਂ ਕਿੱਦਾਂ ਕਹਿੰਦੇ ਹੋ ਕਿ ਸਿੱਖ ਧਰਮ ਨਾਲ ਸੰਬੰਧ ਨਹੀਂ ਇਹਦਾ ਹੈਗਾ। ਗੁਰੂ ਨਾਨਕ ਸਾਹਿਬ ਜੀ ਨੂੰ ਬੇਬੇ ਨਾਨਕੀ ਜੀ ਨੇ ਰੱਖੜੀ ਬੰਨੀ ਹੈ। ਉਹ ਭਾਈ ਇਤਿਹਾਸ ਪੜ੍ਹ ਕੇ ਤਾਂ ਵੇਖ ਲਓ ਪਹਿਲਾਂ। ਮਹਾਰਾਜ ਜੀ ਦੇ ਜਨਮ ਸਾਖੀਆਂ ਮਿਲਦੀਆਂ ਨੇ, ਪੁਰਾਤਨ ਜਨਮ ਸਾਖੀਆਂ ਵੀ ਹੈਗੀਆਂ ਨੇ, ਪੜ੍ਹ ਕੇ ਵੇਖੋ, ਕਿਤੇ ਜ਼ਿਕਰ ਤੱਕ ਨਹੀਂ ਮਿਲਦਾ ਇਹਨਾਂ ਚੀਜ਼ਾਂ ਦਾ। ਚਿੱਤਰਕਾਰ ਨੇ ਬਣਾ ਦਿੱਤੀ ਤੇ ਅਸੀਂ ਮੰਨ ਲਈ। ਸਾਨੂੰ ਆਪਣੇ ਇਤਿਹਾਸ ਦੇ ਨਾਲੋਂ ਇੱਕ ਚਿੱਤਰਕਾਰ ਦੇ ਉੱਤੇ ਵੱਧ ਕੇ ਭਰੋਸਾ, ਇੱਕ ਫੋਟੋ ਦੇ ਉੱਤੇ ਜੋ ਕਿ ਆਮ ਇਨਸਾਨ ਨੇ ਬਣਾਈ ਹੈ। ਪਤਾ ਨਹੀਂ ਕਿ ਉਹ ਗੁਰਸਿੱਖ ਹੋਵੇ ਵੀ ਕਿ ਨਾ ਹੋਵੇ, ਜਿਸ ਨੇ ਇਹ ਚਿੱਤਰਕਾਰੀ ਕੀਤੀ ਹੋਵੇ। ਇਸ ਗੱਲ ਦਾ ਕੀ ਸਬੂਤ ਹੈ? ਸਾਨੂੰ ਚਿੱਤਰਕਾਰ ਦੀ ਫੋਟੋ ਉੱਤੇ ਵਿਸ਼ਵਾਸ ਹੈ, ਪਰ ਸਤਿਗੁਰਾਂ ਦੇ ਸਿਧਾਂਤਾਂ ਉੱਤੇ ਭਰੋਸਾ ਨਹੀਂ, ਗੁਰਬਾਣੀ ਉੱਤੇ ਭਰੋਸਾ ਨਹੀਂ। ਜਿਸ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਹਰਦਿਆਲ ਜੀ ਜਿਸ ਵੇਲੇ ਜਨੇਊ ਪਹਿਨਾਉਣ ਲੱਗਦੇ ਨੇ, ਮਹਾਰਾਜ ਉਸ ਨੂੰ ਵਰਜ ਦਿੰਦੇ ਨੇ ਕਿ ਅਸੀਂ ਇਹ ਜਨੇਊ ਨਹੀਂ ਪਹਿਨਣਾ। ਐਸਾ ਜਨੇਊ ਜਿਹੜਾ ਟੁੱਟ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਫਿਰ ਬਦਲਣਾ ਪੈਂਦਾ ਆ। ਜਿਹੜਾ ਕਿ ਜਿਹਦਾ ਇੱਥੇ ਸਾਥ ਤੱਕ ਹੀ ਅੱਗੇ ਸਾਥ ਤੱਕ ਹੀ ਦੇਣਾ ਇਸ ਨੇ, ਜਨੇਊ ਨੇ, ਇਸ ਧਾਗੇ ਨੇ, ਜਿਹੜਾ ਇੱਥੇ ਹੀ ਟੁੱਟ ਭੱਜ ਜਾਂਦਾ ਆ। ਤੇ ਅਸੀਂ ਇਹੋ ਜਿਹਾ ਜਨੇਊ ਜਿਹੜਾ ਨਹੀਂ ਪਹਿਨਣਾ। ਤੇ ਜੇ ਤੁਹਾਨੂੰ ਜਨੇਊ ਪਹਿਨਾਉਣਾ ਹੀ ਚਾਹੁੰਦਾ ਹੈ ਤੇ ਫਿਰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ। ਹੇ ਪਾਂਡੇ, ਹੇ ਪੰਡਤ, ਜੇ ਤੇਰੇ ਕੋਲ ਇਹੋ ਜਿਹੇ ਸ਼ੁਭ ਗੁਣਾਂ ਦਾ ਜਨੇਊ ਹੈ ਆ ਤਾਂ ਤੂੰ ਮੈਨੂੰ ਪਹਿਨਾ ਸਕਦਾ ਹੈ, ਮੈਂ ਰੋਕਾਂਗਾ ਵੀ ਨਹੀਂ। ਕਿਉਂਕਿ ਇਹ ਜਨੇਊ ਨਾ ਇਹੋ ਟੁੱਟਾ, ਨਾ ਮਨ ਲੱਗਾ, ਨਾ ਇਹੋ ਜਲਿਆ ਨਾ ਜਾਏ, ਨਾ ਤਾਂ ਇਹ ਸੜਦਾ, ਨਾ ਟੁੱਟਦਾ ਹੈ, ਨਾ ਮੈਲਾ ਹੁੰਦਾ ਹੈ, ਤੇ ਲੋਕ ਪਰਲੋਕ ਦੋਹਾਂ ਦੇ ਵਿੱਚ ਹੀ ਸਾਥ ਦਿੰਦਾ ਹੈ। ਤੇ ਮੈਂ ਇਹੋ ਜਿਹਾ ਜਨੇਊ ਪਹਿਨਣਾ ਚਾਹੁੰਦਾ ਹਾਂ। ਜੇ ਤੂੰ ਮੈਨੂੰ ਦੇ ਸਕਦਾ ਹੈ ਤਾਂ ਪਹਿਨਾ। ਪੰਡਤ ਲਾਜਵਾਬ ਹੋ ਗਿਆ ਸੀ। ਤੇ ਗੁਰੂ ਸਾਹਿਬ ਜੀ ਜਿਹੜੇ ਕਿ ਬਾਹਰੀ ਤੌਰ ਤੇ ਇਹੋ ਜਿਹੇ ਜਨੇਊ ਦਾ ਪੁਰਜ਼ੋਰ ਖੰਡਨ ਕਰਦੇ ਆ, ਤੇ ਕੀ ਸਤਿਗੁਰੂ ਪਾਤਸ਼ਾਹ ਜੀ ਖੁਦ ਇਹੋ ਜਿਹੀਆਂ ਬੇਬੁਨਿਆਦੀਆਂ ਰੀਤੀਆਂ ਕਰਨਗੇ, ਇਹੋ ਜਿਹੇ ਬੇਬੁਨਿਆਦ ਧਾਗੇ ਬੰਨਣਗੇ ਤੇ ਸਾਨੂੰ ਕੋ ਕਰਨ ਵਾਸਤੇ ਆਖਣਗੇ? ਨਹੀਂ ਭਾਈ, ਕੋਈ ਵੀ ਗੱਲ ਕਰਨ ਤੋਂ ਪਹਿਲਾਂ, ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਇਤਿਹਾਸ ਨੂੰ ਖੋਜੀਏ, ਬਾਣੀ ਪੜ੍ਹੀਏ, ਸਤਿਗੁਰਾਂ ਦੇ ਸਿਧਾਂਤਾਂ ਨੂੰ ਸਮਝੀਏ। ਮਹਾਰਾਜ ਜੀ ਨੇ ਬਚਨ ਕੀਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਇਕੱਲਾ ਇਹਦੇ ਨਹੀਂ ਕਹਤਾ ਕਿ ਪੁਰਸ਼ਾਂ ਵਾਸਤੇ ਬਚਨ ਹੈ, ਬਾਣੀ ਤੇ ਉਪਦੇਸ਼ ਸਭ ਨੂੰ ਸਾਂਝਾ ਕਰਦੀ ਏ। ਇੱਥੇ ਤੇ ਵਰਨ ਵੰਡ ਵੀ ਖਤਮ ਕੀਤੀ ਹੋਈ ਏ। ਬ੍ਰਾਹਮਣ ਖੱਤਰੀ ਵੈਦ, ਬ੍ਰਾਹਮਣ ਕਸ਼ਤਰੀ ਵੈਸ਼, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਬ੍ਰਾਹਮਣ ਕਸ਼ਤਰੀ ਸ਼ੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ ਹੈ। ਤੇ ਸਾਂਝਾ ਸਾਰਿਆਂ ਨੂੰ ਉਪਦੇਸ਼ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਦਿੱਤਾ ਹੋਇਆ ਆ। ਤੇ ਇਸ ਕਰਕੇ ਇਹ ਆਪਣੇ ਹਿਰਦਿਆਂ ਦੇ ਵਿੱਚ ਪਰਪੱਕ ਕੀਤਾ ਜਾਵੇ ਕਿ ਇਸ ਕੁਰੀਤੀ ਦਾ ਸਾਡੇ ਧਰਮ ਨਾਲ ਕੋਈ ਸੰਬੰਧ ਨਹੀਂ ਹੈਗਾ, ਤੇ ਨਾ ਸਾਡੇ ਗੁਰੂ ਸਾਹਿਬਾਨਾਂ ਨੇ ਇਹੋ ਜਿਹਾ ਕੁਛ ਕੀਤਾ ਆ। ਤੇ ਜੇ ਕੀਤਾ ਹੁੰਦਾ ਤੇ ਰਹਿਤਨਾਮੇ ਅੰਦਰ ਜ਼ਿਕਰ ਹੁੰਦੇ, ਗੁਰਬਾਣੀ ਦੇ ਅੰਦਰ ਜ਼ਿਕਰ ਹੁੰਦਾ, ਇਤਿਹਾਸ ਅੰਦਰ ਜ਼ਿਕਰ ਆਉਣਾ ਸੀ। ਜਿਹੜੇ ਸਿਧਾਂਤ ਦਿੱਤੇ ਆ ਅਸੀਂ ਉਹਨਾਂ ਨੂੰ ਅਪਣਾਉਣਾ ਹੈ ਤੇ ਉਹਨਾਂ ਨੂੰ ਅਪਣਾ ਕਰਕੇ ਸਤਿਗੁਰਾਂ ਦੀ ਖੁਸ਼ੀਆਂ ਦੇ ਪਾਤਰ ਬਣਨਾ ਆ। ਤੇ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਖਾਲਸਾ ਪੰਥ ਸਾਜਿਆ ਆ, ਜਿਸ ਵੇਲੇ ਕਈ ਦਿਨਾਂ ਦੇ ਭੁੱਖੇ ਗੁਰਸਿੱਖ ਬੈਠ ਕਰਕੇ ਪ੍ਰਸ਼ਾਦਾ ਪਾਣੀ ਛਕਦੇ ਸੀ, ਉਧਰੋਂ ਪਤਾ ਲੱਗ ਜਾਂਦਾ ਸੀ ਕਿ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ, ਉਹ ਇੱਥੋਂ ਉਹ ਜਰਵਾਣੇ ਜਿਹੜੇ ਨੇ ਜ਼ੁਲਮ ਕਰਨ ਵਾਲੇ, ਇੱਕ ਤਾਂ ਉਹ ਧਨ ਸੰਪਤੀ ਲੁੱਟ ਕੇ ਲੈ ਜਾਂਦੇ ਸੀ, ਦੂਸਰਾ ਨੌਜਵਾਨ ਬੀਬੀਆਂ ਨੂੰ ਚੁੱਕ ਕੇ ਲੈ ਜਾਇਆ ਕਰਦੇ ਸੀ ਐਸ਼ਪ੍ਰਸਤੀ ਕਰਨ ਵਾਸਤੇ। ਸਤਿਗੁਰਾਂ ਦੇ ਹੁਕਮ ਪਾਏ ਹੋਏ ਸੀ। ਮਰਿਆਦਾ ਨੂੰ ਧਾਰਨ ਕਰਨ ਵਾਲੇ ਜਿਹੜੇ ਗੁਰਸਿੱਖ ਸੀਗੇ, ਸਤਿਗੁਰਾਂ ਦਾ ਹੁਕਮ ਵਜਾਉਂਦੇ ਸੀ। ਭੁੱਖ ਵੀ ਨਹੀਂ ਸੀ ਦੇਖਦੇ ਕਿ ਅਸੀਂ ਇੰਨੇ ਦਿਨਾਂ ਦੇ ਭੁੱਖੇ ਆ ਤੇ ਸਾਨੂੰ ਪ੍ਰਸ਼ਾਦਾ ਪਾਣੀ ਅੱਜ ਮਿਲਿਆ, ਆਪਾਂ ਛਕ ਕੇ ਚੱਲੀਏ। ਪ੍ਰਸ਼ਾਦਾ ਪਾਣੀ ਵਿੱਚੇ ਛੱਡ ਜਾਂਦੇ ਸੀ ਤੇ ਉਸੇ ਵੇਲੇ ਹੀ ਆਪਣੇ ਤਿਆਰੇ ਕੱਸ ਲੈਂਦੇ ਸੀ ਰੱਖਿਆ ਕਰਨ ਵਾਸਤੇ। ਗਊ ਗਰੀਬ ਦੀ ਰੱਖਿਆ ਕਰਨੀ ਹੈ ਤੇ ਉਹਨਾਂ ਬੀਬੀਆਂ ਨੂੰ ਬਚਾ ਕੇ ਲੈ ਕੇ ਆਉਂਦੇ ਸੀ। ਜਿਨ੍ਹਾਂ ਦੇ ਗੁੱਟਾਂ ਦੇ ਉੱਤੇ ਬੀਬੀਆਂ ਧਾਗੇ ਬੰਨ੍ਹਦੀਆਂ ਸੀ, ਉਹ ਤੇ ਉਹਨਾਂ ਦੀ ਰਾਖੀ ਨਹੀਂ ਸੀ ਕਰ ਪਾਉਂਦੇ, ਉਹ ਤੇ ਰੱਖਿਆ ਨਹੀਂ ਸੀ ਕਰ ਪਾਉਂਦੇ, ਤੇ ਆਪਣੇ ਹੱਥੀਂ ਤੋਰ ਦਿੰਦੇ ਸੀ ਕਿ ਜਾਓ, ਜੇ ਤੁਸੀਂ ਨਾ ਗਈਆਂ ਤੇ ਸਾਰਾ ਪਰਿਵਾਰ ਪੀੜਿਆ ਜਾਵੇਗਾ। ਉਹ ਤੇ ਆਪਣੇ ਹੱਥੀਂ ਤੋਰਦੇ ਸੀ।
ਤੇ ਜਿਨ੍ਹਾਂ ਨੂੰ ਕਦੇ ਰੱਖੜੀਆਂ ਵੀ ਨਹੀਂ ਸੀ ਬੰਨੀਆਂ, ਜਿਨ੍ਹਾਂ ਨੂੰ ਕਦੇ ਉਹਨਾਂ ਦਰਸ਼ਨ ਤੱਕ ਨਹੀਂ ਸੀ ਕੀਤੇ ਕਿ ਇਹ ਕੌਣ ਨੇ, ਉਹ ਗੁਰੂ ਕਾ ਖਾਲਸਾ ਉਹ ਫਿਰ ਵੀ ਆਪਣਾ ਫਰਜ਼ ਸਮਝਦਾ ਹੋਇਆ ਕਿ ਸਤਿਗੁਰਾਂ ਦੇ ਬਚਨ ਨੇ, ਮਹਾਰਾਜ ਨੇ ਰਹਿਤ ਮਰਿਆਦਾ ਦੇ ਅੰਦਰ ਸਾਨੂੰ ਬਚਨ ਕੀਤੇ ਹੋਏ ਨੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਅੰਦਰ ਇੱਕ ਗੁਰਸਿੱਖ ਦੀ ਜਿਹੜੀ ਕਰਨੀ ਹੈ, ਉਹਦੀ ਰਹਿਤ ਮਰਿਆਦਾ ਆ, ਉਹਨੂੰ ਰੂਪ ਦਿੱਤਾ ਹੋਇਆ ਆ ਵੀ ਗੁਰਸਿੱਖ ਐਸਾ ਹੁੰਦਾ ਆ। ਇਹ ਨਹੀਂ ਕਿ ਉਹ ਇੱਕ ਭੈਣ ਦੇ ਕੋਲੋਂ ਹੀ ਜਿਹੜੀ ਆਪਣੀ ਮਾਂ ਦੇ ਗਰਭ ਦੇ ਵਿੱਚੋਂ ਜੰਮੀ ਹੈ ਉਹਦੇ ਕੋਲੋਂ ਹੀ ਉਹ ਰੱਖੜੀ ਧਾਗਾ ਬਣਾ ਕਰਕੇ ਤੇ ਉਹਦੇ ਨਾਲ ਹੀ ਆਪਣਾ ਫਰਜ਼ ਨਿਭਾਉਂਦਾ ਆ। ਨਹੀਂ, ਗੁਰਸਿੱਖ ਤੇ ਇੱਕ ਇਸਤਰੀ ਨੂੰ ਛੱਡ ਕੇ ਜਿਹਦੇ ਨਾਲ ਧਰਮ ਦਾ ਸੰਬੰਧ ਜੁੜਿਆ ਹੋਇਆ ਆ, ਏਕਾ ਨਾਰੀ ਜਤੀ ਹੋ ਕਰਕੇ ਸਾਰੀਆਂ ਉਹਦੇ ਵਾਸਤੇ ਭੈਣਾਂ ਨੇ, ਸਾਰੀਆਂ ਉਹਦੇ ਵਾਸਤੇ ਮਾਂ ਸਰੂਪ ਨੇ, ਵੱਡੀਆਂ ਨੂੰ ਮਾਂ ਸਰੂਪ ਕਰਕੇ ਜਾਣਦਾ ਹੈ, ਬਰਾਬਰ ਦੀਆਂ ਭੈਣਾਂ ਨੇ ਤੇ ਛੋਟੀਆਂ ਉਹਦੇ ਵਾਸਤੇ ਧੀਆਂ ਰੂਪ ਨੇ। ਇਹੋ ਜਿਹਾ ਚਿੱਤਰਨ ਗੁਰਸਿੱਖ ਦਾ ਬਣਾਇਆ ਹੋਇਆ ਆ। ਇਹ ਨਹੀਂ ਕਿ ਇੱਕ ਪੱਖੀ ਪਿਆਰ ਬਣਾਇਆ ਹੋਇਆ ਆ ਕਿ ਇੱਕ ਭੈਣ ਦੇ ਕੋਲੋਂ ਉਹਦੇ ਗੁੱਟ ਤੇ ਧਾਗਾ ਬਣਾ ਕੇ ਉਹਦੇ ਪ੍ਰਤੀ ਤੇ ਆਪਣੀ ਇਮਾਨਦਾਰੀ ਨਿਭਾ ਲਈ ਤੇ ਦੂਜਿਆਂ ਦੇ ਪ੍ਰਤੀ ਮਨ ਦੇ ਵਿੱਚ ਕਾਮ ਵਾਸ਼ਨਾ ਪਾਲਦਾ ਫਿਰੇ। ਇਹੋ ਜਿਹੇ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਨਹੀਂ ਬਣਾਇਆ ਹੈਗਾ। ਬੜਾ ਉੱਚਾ ਸੁੱਚਾ ਆਚਰਣ ਬਖਸ਼ਿਆ ਹੋਇਆ ਸਤਿਗੁਰੂ ਜੀ ਨੇ ਸਾਨੂੰ। ਤੇ ਭੈਣਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਸ਼ਸਤਰ ਪਹਿਨਾ ਕਰਕੇ ਕੌਰ ਦਾ ਖਿਤਾਬ ਦਿੱਤਾ ਹੋਇਆ ਆ। ਗੁਲਾਮ ਨਹੀਂ ਬਣਾਇਆ ਵੀ ਤੂੰ ਮਰਦ ਦੀ ਗੁਲਾਮ ਹੋ ਕੇ ਰਹੇ, ਨਹੀਂ। ਇੱਥੇ ਤੇ ਮਾਤਾ ਭਾਗ ਕੌਰ ਜੀ ਵਰਗੀਆਂ, ਬੀਬੀ ਦੀਪ ਕੌਰ ਜੀ ਵਰਗੀਆਂ, ਬੀਬੀ ਦਲੇਰ ਕੌਰ ਜੀ ਵਰਗੀਆਂ, ਬੀਬੀ ਸ਼ਰਨ ਕੌਰ ਜੀ ਵਰਗੇ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਮਹਾਨ ਕਾਰਨਾਮੇ ਕਰਕੇ ਵਿਖਾਏ ਨੇ, ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ। ਬੀਬੀ ਦੀਪ ਕੌਰ ਜੀ, ਬੀਬੀ ਭਾਗ ਕੌਰ ਜੀ ਜਿਨ੍ਹਾਂ ਨੇ ਮੁਗਲ ਜਰਵਾਣਿਆਂ ਦੇ ਰੱਟ ਕੇ ਮੁਕਾਬਲਾ ਕੀਤਾ। ਗੁਰੂ ਸਾਹਿਬ ਜੀ ਨੂੰ ਜਦ ਇਹਨਾਂ ਗੱਲਾਂ ਦਾ ਪਤਾ ਲੱਗਦਾ ਆ ਤੇ ਗੁਰੂ ਸਾਹਿਬ ਜੀ ਇੰਨੇ ਪ੍ਰਸੰਨ ਹੁੰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਜੇਕਰ ਸਾਡੀਆਂ ਬੱਚੀਆਂ ਵੀ ਡਟ ਕੇ ਜੰਗ ਮੈਦਾਨ ਦੇ ਵਿੱਚ ਆ ਜਾਵਣ, ਸਾਨੂੰ ਕੋਈ ਵੀ ਗੁਲਾਮ ਬਣਾ ਕੇ ਰੱਖ ਨਹੀਂ ਸਕਦਾ। ਗੁਲਾਮ ਤਾਂ ਅਸੀਂ ਆਪਣੇ ਕਰਤੱਬਾਂ ਕਰਕੇ ਹੁੰਦੇ ਆ। ਗੁਰੂ ਸਾਹਿਬ ਜੀ ਨੇ ਸਾਨੂੰ ਆਜ਼ਾਦ ਬਣਾਇਆ ਹੈ। ਖਾਲਸਾ ਹੈ ਹੀ ਆਜ਼ਾਦ, ਖਾਲਸਾ ਹੈ ਹੀ ਬਾਗੀ। ਕਿਸੇ ਕੁਰੀਤੀ ਕਰਕੇ ਵੀ ਮਹਾਰਾਜ ਸਾਨੂੰ ਗੁਲਾਮ ਨਹੀਂ ਹੋ ਦਿੱਤਾ। ਇਹੋ ਜਿਹੀਆਂ ਕੁਰੀਤੀ ਨੇ ਪੁਰਜੋਰ ਖੰਡਨ ਕਰ ਦਿੱਤਾ ਆ। ਪਰ ਅਫਸੋਸ ਅੱਜ ਅਸੀਂ ਬਾਣੀ ਨਹੀਂ ਪੜ੍ਹੀ, ਅੱਜ ਅਸੀਂ ਇਤਿਹਾਸ ਨਹੀਂ ਪੜ੍ਹਿਆ, ਅੱਜ ਰਹਿਤ ਮਰਿਆਦਾ ਨੂੰ ਧਾਰਨ ਨਹੀਂ ਕੀਤਾ ਤੇ ਵੇਖਾ ਵੇਖੀ ਭੇਡ ਚਾਲ ਕਿ ਇੱਕ ਬੰਦੇ ਨੇ ਕੰਮ ਕੀਤਾ ਆ। ਦੂਜੇ ਧਰਮ ਵਾਲੇ ਜੋ ਕਰਦੇ ਨੇ ਉਹ ਕਰਨ, ਉਹਨਾਂ ਨੂੰ ਮੁਬਾਰਕ ਹੈ। ਉਹਨਾਂ ਧਰਮ ਨੂੰ ਕੀ ਉਪਦੇਸ਼ ਕਰਦਾ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆ। ਅਸੀਂ ਗੱਲ ਕਰ ਰਹੇ ਹਾਂ ਆਪਣੇ ਸਿੱਖ ਧਰਮ ਦੀ ਕਿ ਜੋ ਅਸੀਂ ਆਪਣੇ ਆਪ ਨੂੰ ਗੁਰਸਿੱਖ ਮੰਨਦੇ ਹਾਂ, ਅਸੀਂ ਆਪਣੇ ਨਾਵਾਂ ਦੇ ਨਾਲ ਸਤਿਗੁਰਾਂ ਦਾ ਬਖਸ਼ਿਆ ਹੋਇਆ ਖਿਤਾਬ ਸਿੰਘ ਤੇ ਕੌਰ ਵਰਤਿਆ ਹੋਇਆ ਆ। ਤੇ ਸਾਨੂੰ ਸਤਿਗੁਰੂ ਜੀ ਕੀ ਉਪਦੇਸ਼ ਕਰਕੇ ਗਏ ਸੀ, ਆਪਾਂ ਕਰਨਾ ਕੀ ਹੈ ਤੇ ਕਰ ਕੀ ਰਹੇ ਹਾਂ। ਅੱਜ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਪੁਰਜ਼ੋਰ ਲੋੜ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਤੇ ਰਹਿਮਤ ਕਰਨ, ਤਾਂ ਜੋ ਸਾਨੂੰ ਉਹ ਨਿਆਰਾਪਨ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਸੀ ਉਹ ਸਾਡੇ ਵਿੱਚ ਮੁੜ ਕੇ ਆ ਸਕੇ। ਜੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ, ਕਿਉਂਕਿ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਢੱਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਿਹੜੇ ਕਈ ਵੀਰ ਕਹਿੰਦੇ ਆ ਨਾ ਕਿ ਧਾਗਾ ਬੰਨਣ ਨਾ ਲਓ ਜੀ, ਇੱਥੇ ਕਿਹੜਾ ਕਰਾਇਤ ਹੋ ਗਈ ਕੋਈ, ਇਸ ਤਰ੍ਹਾਂ ਦੇ ਸਵਾਲ ਵੀ ਕਰਦੇ ਨੇ। ਧਾਗਾ ਬੰਨਣ ਕਿਹੜੀ ਕਰਾਇਤ ਹੋਈ, ਕਿਹੜਾ ਪਾਪ ਹੋ ਗਿਆ। ਤੇ ਮਹਾਰਾਜ ਜੀ ਨੇ ਉੱਥੇ ਵੀ ਬਚਨ ਕੀਤੇ ਹੋਏ ਆ ਕਿ ਮੇਰਾ ਖਾਲਸਾ ਉਹੀ ਹੈ ਜੋ ਨਿਆਰੇਪਨ ਚ ਰਹਿੰਦਾ ਆ, ਜੋ ਸਿਧਾਂਤਾਂ ਨੂੰ ਧਾਰਨ ਕਰਦਾ ਆ, ਜੋ ਬਾਣੀ ਨੂੰ ਬੇਸ ਬਣਾ ਕੇ ਚੱਲਦਾ ਆਪਣੇ ਜੀਵਨ ਦੇ ਵਿੱਚ, ਤੇ ਜਿਹੜਾ ਵੇਖਾ ਵੇਖੀ ਕਰਮਕਾਂਡ ਕਰਦਾ ਆ, ਵੇਖਾ ਵੇਖੀ ਬ੍ਰਾਹਮਣਵਾਦ ਦੀ ਰੀਤੀਆਂ ਨੂੰ ਅਪਣਾਉਂਦਾ ਆ, ਤੇ ਫਿਰ ਮੈਂ ਨਾ ਕਰੂੰ ਇਹਨੇ ਕੀ ਪ੍ਰਤੀਤ। ਫਿਰ ਮੈਨੂੰ ਨਹੀਂ ਪਤਾ ਵੀ ਇਹ ਕੌਣ ਹੈਗੇ ਆ ਜਿਨ੍ਹਾਂ ਨੇ ਗੁੱਟਾਂ ਧਾਗੇ ਬੰਨੇ ਹੋਏ ਤੇ ਕੌਣ ਨਹੀਂ। ਮਾਰੇ ਕਹਿੰਦੇ ਮੈਂ ਇਹਦਾ ਕੋਈ ਵਿਸ਼ਵਾਸ ਨਹੀਂ ਕਰਾਂਗਾ ਤੇ ਮੈਨੂੰ ਨਹੀਂ ਪਤਾ ਵੀ ਇਹ ਕੌਣ ਤੁਰੇ ਫਿਰਦੇ ਆ। ਰੱਖਿਆ ਕਰਨੀ ਦੂਰ ਦੀ ਗੱਲ ਰਹੀ। ਕਈ ਬੀਬੀਆਂ ਗਿਆਨਤਾ ਵਸ ਗੁਰੂ ਘਰਾਂ 'ਚ ਚਲੇ ਜਾਂਦੀਆਂ, ਉੱਥੇ ਜਾ ਕਰਕੇ ਪੀੜਾ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਹੁੰਦਾ ਆ, ਉੱਥੇ ਜਾ ਕਰਕੇ ਤੇ ਰੱਖੜੀ ਬੰਨ੍ਹ ਆਉਂਦੀਆਂ ਪੀੜਾ ਸਾਹਿਬ ਨੂੰ। ਤੇ ਉਹ ਜੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਨੇ,
ਸਾਰੇ ਦਾ ਮੈਂ ਨਹੀਂ ਕਵਾਂਗੀ ਕਿ ਹੈਗੇ ਆ ਬੜੇ ਪਿਆਰ ਵਾਲੇ, ਉਹ ਫਿਰ ਸਮਝਾਉਂਦੇ ਨੇ, ਵਰਤਦੇ ਨੇ ਕਿ ਭਾਈ ਇਹ ਕੁਰੀਤੀ ਇੱਥੇ ਨਹੀਂ ਕਰਨੀ, ਇਹ ਕਰਮਕਾਂਡ ਨਹੀਂ ਕਰਨਾ। ਸਤਿਗੁਰੂ ਜੀ ਦਾ ਸਾਰਿਆਂ ਦੀ ਹੀ ਰੱਖਿਆ ਕਰਦੇ ਨੇ। ਉਹਨਾਂ ਨੂੰ ਕੋਈ ਸੱਚੇ ਮਨ ਦੇ ਨਾਲ ਧਿਆਵੇ ਤਾਂ ਸਹੀ, ਉਹਨਾਂ ਪ੍ਰਤੀ ਸ਼ਰਧਾ ਤਾਂ ਰੱਖੇ। ਗੁਰੂ ਸਾਹਿਬ ਜੀ ਪ੍ਰਹਲਾਦ ਭਗਤ ਦੀ ਨਿਆਈ, ਭਗਤ ਸਹਿਬਾਨਾਂ ਦੀ ਨਿਆਈ, ਆਪਣੇ ਗੁਰਮੁਖਾਂ ਦੀ ਰੱਖਿਆ ਕਰਦੇ ਨੇ, ਹਮੇਸ਼ਾ ਹਾਜ਼ਰ ਨਾਜ਼ਰ ਨੇ, ਹਮੇਸ਼ਾ ਹੀ ਰੱਖਿਆ ਕਰ ਰਹੇ ਨੇ ਸਭਨਾਂ ਦੀ। ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ ਤੇ ਇਹੋ ਜਿਹੇ ਵਿਸ਼ੇਸ਼ ਧਾਗੇ ਬੰਨਣ ਦੇ ਨਾਲ ਇਹ ਨਹੀਂ ਕਿ ਉਹ ਵਿਸ਼ੇਸ਼ ਕਰਕੇ ਤੁਹਾਡੀ ਰੱਖਿਆ ਕਰੇਗਾ। ਇਹ ਵਹਿਮ ਆਪਣੇ ਦਿਲਾਂ ਦੇ ਵਿੱਚੋਂ ਕੱਢੋ। ਸੁਚੇਤ ਕਰਦੇ ਨੇ, ਪਰ ਕੁਝ ਐਸੇ ਨੇ ਕਿ ਜਿਨ੍ਹਾਂ ਨੂੰ ਖੁਦ ਵੀ ਬਾਣੀ ਦਾ ਕੋਈ ਗਿਆਨ ਨਹੀਂ ਹੁੰਦਾ ਤੇ ਕੇਵਲ 3-4 ਹਜ਼ਾਰ ਦੇ ਉੱਤੇ ਗੁਰੂ ਘਰ 'ਚ ਲੱਗੇ ਹੁੰਦੇ ਨੇ ਤੇ ਉਹਨਾਂ ਵਿਚਾਰ ਦੇ ਵਿੱਚ ਵੀ ਗੱਲਾਂ ਘਰ ਕੀਤੀਆਂ ਹੁੰਦੀਆਂ ਕਿ ਜੇਕਰ ਅਸੀਂ ਇਹਨਾਂ ਨੂੰ ਰੋਕਾਂਗੇ, ਇਹਨਾਂ ਸਾਨੂੰ 10-10 ਰੁਪਈਏ ਨਹੀਂ ਦੇਣੇ, ਸਾਡੀ ਰੋਜੀ ਰੋਟੀ ਰੁਕ ਜਾਏਗੀ। ਇਹ ਸਾਰਾ ਸਿਸਟਮ ਤਾਂ ਅਸੀਂ ਆਪ ਹੀ ਗੰਦਾ ਕੀਤਾ ਹੋਇਆ। ਮਹਾਰਾਜ ਰਣਜੀਤ ਸਿੰਘ ਜੀ ਦੇ ਵੇਲੇ ਉਹਨਾਂ ਨੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਸੀ ਨਾ, ਇੰਨਾ ਵੱਡਾ ਉਹਨਾਂ ਦਾ ਰੁਤਬਾ ਸੀਗਾ, ਪੂਰੇ ਗਿਆਨਵਾਨ, ਵਿਦਿਆਮਾਨ, ਗੁਰਬਾਣੀ ਦੀ ਸਮਝ ਰੱਖਣ ਵਾਲੇ ਜਿਹੜੇ ਹੁੰਦੇ ਸੀ ਸਿੰਘ, ਉਹਨਾਂ ਨੂੰ ਗ੍ਰੰਥੀ ਸਥਾਪਿਤ ਕੀਤਾ ਜਾਂਦਾ ਸੀ ਗੁਰੂ ਘਰਾਂ ਦੇ ਵਿੱਚ। ਉਹਨਾਂ ਦੇ ਨਾਵਾਂ ਦੇ ਨਾਲ ਜਗੀਰਾਂ ਲਈਆਂ ਜਾਂਦੀਆਂ ਸੀ। ਕਿਉਂ? ਕਿਉਂਕਿ ਉਹ ਆਤਮ ਨਿਰਭਰ ਹੋਣ, ਉਹਨਾਂ ਨੂੰ ਕਿਸੇ ਦੇ 10-10 ਰੁਪਈਆਂ ਦੀ ਆਸ ਨਾ ਹੋਵੇ, ਉਹ ਡਟ ਕੇ ਪ੍ਰਚਾਰ ਕਰ ਸਕਣ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਕਿਹਾ ਆ, ਪਖੰਡਵਾਦ ਨੂੰ ਉਘੇੜ ਸਕਣ, ਲੋਕਾਂ ਨੂੰ ਉਜਾਗਰ ਕਰ ਸਕਣ, ਦੱਸ ਸਕਣ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਖਾਲਸੇ ਦਾ ਨਿਆਰਾਪਨ ਕੀ ਹੈ, ਉਹ ਦੱਸਣ ਲੋਕਾਂ ਨੂੰ, ਸੰਗਤ ਨੂੰ ਸੁਚੇਤ ਕਰਨ। ਪੈਸਿਆਂ ਦੀ ਖਾਤਰ ਸੱਚ ਨੂੰ ਛੁਪਾਉਣ ਨਾ, ਝੂਠ ਨੂੰ ਨੱਚਣ ਨਾ ਦੇਣ। ਇਸ ਕਰਕੇ ਉਹਨਾਂ ਨੇ ਇਹ ਸਾਰਾ ਸਿਸਟਮ ਸਹੀ ਕੀਤਾ ਹੋਇਆ ਸੀ, ਪਰ ਅੱਜ ਸਾਡੀਆਂ ਹੀ ਗਲਤੀਆਂ ਕਰਕੇ ਸਾਰਾ ਸਿਸਟਮ ਵਿਗੜ ਗਿਆ ਆ ਕਿ ਗ੍ਰੰਥੀ ਸਿੰਘ ਆਪਣੇ ਹੱਥੀਂ ਸਾਰਾ ਕੁਝ ਹੁੰਦਾ ਵੇਖੀ ਜਾਂਦੇ ਨੇ ਤੇ ਬੀਬੀਆਂ ਬੰਨੀ ਜਾਂਦੀਆਂ ਨੇ ਰੱਖੜੀਆਂ ਲਿਆ ਕੇ, ਧਾਗੇ ਜਿਹੜੇ ਨੇ 2-2 ਰੁਪਈਆਂ ਦੇ, ਤੇ ਗੁਰੂ ਸਾਹਿਬ ਦੇ ਪੀੜੇ ਨੂੰ ਬੰਨੀ ਜਾਂਦੀਆਂ ਨੇ। ਸੋ ਇਹੋ ਜਿਹੀਆਂ ਕਰੀਤੀਆਂ ਤੋਂ ਪਰਹੇਜ਼ ਕਰੀਏ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਵਿਚਾਰੀਏ, ਇਤਿਹਾਸ ਨੂੰ ਪੜ੍ਹੀਏ ਤੇ ਵਿਚਾਰੀਏ, ਫਿਰ ਪਤਾ ਲੱਗੇਗਾ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਕਿਵੇਂ ਦੇ ਬਣਾ ਕੇ ਗਏ ਆ, ਅਸੀਂ ਕਿਵੇਂ ਦੇ ਬਣਨਾ ਹੈ, ਅੱਜ ਬਣ ਕੇ ਗਏ ਆ। ਸੋ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਉੱਤੇ ਰਹਿਮਤ ਕਰਨ, ਕਿਉਂਕਿ ਸਾਡਾ ਨਿਆਰਾਪਨ ਉਦੋਂ ਹੀ ਪਤਾ ਚੱਲਣਾ, ਸਾਡੀ ਸਿੱਖੀ ਦਾ ਉਦੋਂ ਹੀ ਪਤਾ ਲੱਗਣਾ ਜਦ ਸਾਡੇ ਵਿੱਚੋਂ ਕ੍ਰੀਤੀਆਂ ਖਤਮ ਹੋਣਗੀਆਂ, ਜਦ ਸਾਰੀ ਦੁਨੀਆ ਰੱਖੜੀਆਂ ਬੰਨੇਗੀ, ਹੋਰ ਧਰਮਾਂ ਦੇ ਲੋਕ ਭੈਣਾਂ ਆਉਣ ਰੱਖੜੀਆਂ ਬੰਨਣ ਵੀਰਾਂ ਨੂੰ, ਉਹ ਜੋ ਕਰਦੇ ਨੇ ਕਰਦੇ ਰਹਿਣ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗੀ ਆਪਣੀਆਂ ਭੈਣਾਂ ਨੂੰ, ਆਪਣੇ ਵੀਰਾਂ ਨੂੰ, ਸਿੱਖ ਪਰਿਵਾਰਾਂ ਨੂੰ ਸਮੂਹ ਰੂਪ ਦੇ ਵਿੱਚ ਬੇਨਤੀ ਹੈ, ਪੂਰੀ ਸਿੱਖ ਸਾਧ ਸੰਗਤ ਨੂੰ, ਗੁਰੂ ਨਾਨਕ ਨਾਮ ਲੇਵਾ ਸਾਰੀ ਸਿੱਖ ਸਤ ਸੰਗਤ ਨੂੰ ਬੇਨਤੀ ਹੈ ਜੀ ਕਿ 3 ਤਰੀਕ ਨੂੰ ਇਹ ਦਿਨ ਆ ਰਿਹਾ ਆ ਤੇ ਇਸ ਦਿਨ ਆਪਣੇ ਘਰਾਂ ਦੇ ਵਿੱਚ ਕੋਈ ਵੀ ਐਸਾ ਪਖੰਡਵਾਦ ਨਾ ਕੀਤਾ ਜਾਵੇ। ਗੁਰਬਾਣੀ ਪੜ੍ਹੋ, ਗੁਰੂ ਵਾਲੇ ਬਣੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸ਼ਸਤਰ ਧਾਰੀ ਹੋਵੋ ਤੇ ਆਪਣਾ ਜੀਵਨ ਜਿਹੜਾ ਹੈ ਸਚਿਆਰਾ ਬਣਾ ਕੇ ਜੀਵੋ। ਆਪਣੇ ਜੀਵਨ ਦੇ ਵਿੱਚ ਹਮੇਸ਼ਾ ਅਣਖ ਦੇ ਨਾਲ ਜਿਉਣਾ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ। ਮਨੁੱਖਾਂ ਦੇ ਗੁਲਾਮ ਨਹੀਂ ਬਣਾਇਆ, ਅਸੀਂ ਤੇ ਦੇਸ਼ਾਂ ਦੀ ਗੁਲਾਮੀ ਗਲੋਂ ਲਾਉਣੀ ਹੈ। ਅਸੀਂ ਤੇ ਜਿਹੜਾ ਜ਼ੁਲਮ ਕਰ ਲਏ ਨੇ ਜਰਮਾਨੇ ਜਿਹੜੇ, ਉਹਨਾਂ ਤੋਂ ਆਜ਼ਾਦ ਹੋ ਕਰਕੇ ਆਪਣਾ ਪੂਰੇ ਸਮੂਹ ਖਾਲਸੇ ਪੰਥ ਨੂੰ ਅਸੀਂ ਆਜ਼ਾਦ ਰੂਪ ਦੇ ਵਿੱਚ ਕਰਕੇ ਜੀਣਾ ਹੈ, ਆਪਣਾ ਇੱਕ ਅਲੱਗ ਹਸਤੀ ਦੇ ਵਿੱਚ ਜੀਣਾ ਹੈ। ਤੇ ਅੱਜ ਅਸੀਂ ਮਨੁੱਖਾਂ ਦੇ ਹੀ ਗੁਲਾਮ ਹੋਈ ਜਾ ਰਹੇ ਹਾਂ। ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਤੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਮਾਰਗ ਉੱਪਰ ਚੱਲਣ ਦੀ ਲੋੜ ਹੈ। ਜਿੱਤ ਸਾਡੇ ਤੋਂ ਦੂਰ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਘਰਾਂ ਦੇ ਵਿੱਚ ਬਾਣੀ ਪੜ੍ਹੀਏ, ਬੱਚਿਆਂ ਨੂੰ ਪੜ੍ਹਾਈਏ, ਖੁਦ ਗੁਰੂ ਦੇ ਲੜ ਲੱਗੀਏ, ਬੱਚਿਆਂ ਨੂੰ ਲਾਈਏ, ਆਪ ਇਹ ਕੁਰੀਤੀ ਤੋਂ ਸੁਚੇਤ ਹੋਈਏ ਤੇ ਜੇ ਕੋਈ ਕਰਦਾ ਹੈ ਗਿਆਨਤਾ ਵਸ ਤੇ ਉਹਨੂੰ ਸੁਚੇਤ ਕਰੀਏ। ਹਰ ਗੁਰਸਿੱਖ ਦਾ ਫਰਜ਼ ਹੈ ਉਹਨੂੰ ਪ੍ਰੇਮ ਨਾਲ, ਕੜਵੇ ਬੋਲਾਂ ਦੇ ਰਾਹੀਂ ਨਹੀਂ, ਪ੍ਰੇਮ ਸਹਿਤ ਸਮਝਾਈਏ ਤਾਂ ਜੋ ਅਸੀਂ ਇਕਜੁੱਟ ਹੋ ਕਰਕੇ ਤੇ ਆਪਣੇ ਵਿੱਚ ਫੈਲ ਰਹੀਆਂ ਇਹ ਕੁਰੀਤੀਆਂ ਨੂੰ ਦੂਰ ਕਰਕੇ
ਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਪੂਰਨ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੀਏ। ਸੋ ਇਤਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ। ਕੋਈ ਵੱਧ ਘੱਟ ਸ਼ਬਦ ਵਿਚਾਰ ਕਰਦੇ ਨਿਕਲ ਗਿਆ ਹੋਵੇ, ਸਤਿਗੁਰੂ ਜੀ ਸਤਿਗੁਰਾਂ ਦੀ ਪਿਆਰੀ ਸਾਧ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ ਜੀ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਸੋ ਅੰਤ ਵਿੱਚ ਬੜੇ ਹੀ ਪ੍ਰੇਮ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।